ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਰਤੀ ਇਤਿਹਾਸ ਦੀ ਇੱਕ ਅਦੁੱਤੀ ਸ਼ਖਸੀਅਤ ਹਨ। ਭਗਤੀ ਤੇ ਸ਼ਕਤੀ ਦੇ ਸੁਮੇਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਸੰਬਰ 1666 ਈਸਵੀ ਵਿੱਚ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਪਟਨਾ ਸਾਹਿਬ ਬਿਹਾਰ ਵਿੱਚ ਹੋਇਆ। ਆਪ ਜੀ ਦੇ ਬਚਪਨ ਦਾ ਨਾਂ ਗੋਬਿੰਦ ਰਾਏ ਸੀ। ਆਪ ਜੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਹਨ। ਆਪ ਜੀ ਦੇ ਪ੍ਰਕਾਸ਼ ਵੇਲੇ ਗੁਰੂ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਢਾਕੇ ਵਿਖੇ ਗੁਰਮਤਿ ਪ੍ਰਚਾਰ ਲਈ ਪੁੱਜੇ ਹੋਏ ਸਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1670 ਈਸਵੀ ਵਿੱਚ ਆਪਣੇ ਸਪੁੱਤਰ ਗੋਬਿੰਦ ਰਾਏ ਨੂੰ ਪਹਿਲੀ ਵਾਰ ਵੇਖਿਆ ਸੀ। ਗੋਬਿੰਦ ਰਾਏ ਜੀ ਉਸ ਵੇਲੇ ਤੱਕ 3 ਸਾਲ ਦੇ ਹੋ ਚੁੱਕੇ ਸਨ। ਬਾਲਕ ਗੋਬਿੰਦ ਰਾਏ ਜੀ ਨੇ ਪਟਨੇ ਵਿਖੇ ਕਈ ਇਲਾਹੀ ਚੋਜ ਅਤੇ ਕੌਤਕ ਕੀਤੇ। ਗਰੀਬ ਔਰਤਾਂ ਦੇ ਪਾਣੀ ਵਾਲੇ ਕੱਚੇ ਘੜਿਆਂ ਨੂੰ ਤੋੜ ਕੇ ਮਾਤਾ ਜੀ ਕੋਲੋਂ ਕੀਮਤੀ ਤਾਂਬੇ ਦੀਆਂ ਗਾਗਰਾਂ ਦਿਵਾਈਆਂ। ਸੋਨੇ ਦੇ ਕੰਗਣ ਦਰਿਆ ਵਿੱਚ ਸੁੱਟਦੇ ਹੋਏ ਸਮੁੱਚੀ ਲੋਕਾਈ ਨੂੰ ਕਿਸੇ ਵੀ ਦੁਨਿਆਵੀ ਕੀਮਤੀ ਪਦਾਰਥਾਂ ਨਾਲ ਮੋਹ ਨਾ ਪਾਉਣ ਦੀ ਸੇਧ ਦਿੱਤੀ। ਪੀਰ ਭੀਖਣ ਸ਼ਾਹ ਜੀ ਜੋ ਕਿ ਪਿੰਡ ਠਸਕਾ ਜ਼ਿਲ੍ਹਾ ਕਰਨਾਲ ਦੇ ਰਹਿਣ ਵਾਲੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਣ ਤੋਂ ਬਾਅਦ ਜਦੋਂ ਪੀਰ ਜੀ ਨੇ ਆਪਣੀ ਨਮਾਜ਼ ਮੱਕੀ ਦੀ ਬਜਾਏ ਪਟਨੇ ਸ਼ਹਿਰ ਵੱਲ ਮੂੰਹ ਕਰਕੇ ਪੜ੍ਹਨ ਤੋਂ ਬਾਅਦ ਸਿਜਦਾ ਕੀਤਾ ਤਾਂ ਆਪਣੇ ਮੁਰੀਦਾਂ ਦੇ ਇਸ ਦਾ ਕਾਰਨ ਪੁੱਛਣ ਤੇ ਪੀਰ ਜੀ ਨੇ ਫਰਮਾਇਆ ਕਿ ਅੱਲਾ ਦਾ ਨੂਰ ਅੱਜ ਪਟਨੇ ਵਿੱਚ ਪ੍ਰਕਾਸ਼ਮਾਨ ਹੋਇਆ ਹੈ। ਉਪਰੰਤ ਪੀਰ ਜੀ ਜਦੋਂ ਗੁਰੂ ਜੀ ਦੇ ਦਰਸ਼ਨਾਂ ਲਈ ਪਟਨੇ ਸ਼ਹਿਰ ਪੁੱਜੇ ਤਾਂ ਉਹਨਾਂ ਇੱਕ ਪਾਣੀ ਦੀ ਕੁੱਜੀ ਹਿੰਦੂਆਂ ਅਤੇ ਦੂਜੀ ਦੁੱਧ ਦੀ ਕੁੱਜੀ ਇਸਲਾਮ ਵੱਲੋਂ ਬਾਲ ਗੁਰੂ ਜੀ ਅੱਗੇ ਇਹ ਜਾਣਨ ਲਈ ਕੀਤੀ ਕਿ ਇਹ ਅੱਲਾ ਦਾ ਨੂਰ ਕਿਹੜੇ ਧਰਮ ਦਾ ਪੱਖ ਲਵੇਗਾ। ਤਾਂ ਉਸ ਵੇਲੇ ਬਾਲ ਗੁਰੂ ਜੀ ਨੇ ਆਪਣੇ ਦੋਨੋਂ ਹੱਥ ਦੋਵੇਂ ਕੁੱਜੀਆਂ ਤੇ ਰੱਖ ਕੇ ਇਹ ਦਰਸਾ ਦਿੱਤਾ ਕਿ ਸਾਡੇ ਲਈ ਦੋਨੋਂ ਹੀ ਮਜ਼ਹਬ ਇੱਕ ਸਮਾਨ ਹਨ। ਕੁਝ ਸਮੇਂ ਬਾਅਦ ਗੁਰੂ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਅਨੰਦਪੁਰ ਸਾਹਿਬ ਬੁਲਾ ਲਿਆ। ਬਾਲਕ ਗੋਬਿੰਦ ਰਾਏ ਜੀ ਦੀ ਪੜ੍ਹਾਈ ਲਿਖਾਈ ਲਈ ਗੁਰੂ ਪਿਤਾ ਜੀ ਵੱਲੋਂ ਖਾਸ ਪ੍ਰਬੰਧ ਕੀਤੇ ਗਏ। ਗੁਰੂ ਦਰਬਾਰ ਦੇ ਗੂੜ ਵਿਦਵਾਨ ਸਾਹਿਬ ਚੰਦ ਜੀ ਪਾਸੋਂ ਬਾਲ ਗੋਬਿੰਦ ਜੀ ਨੂੰ ਗੁਰਮੁਖੀ ਅਤੇ ਗ੍ਰੰਥ ਸਾਹਿਬ ਜੀ ਦੀ ਪੜ੍ਹਾਈ ਕਰਵਾਈ ਗਈ। ਬਾਲ ਗੋਬਿੰਦ ਜੀ ਬੜੇ ਚੇਤਨ ਬੁੱਧੀ ਦੇ ਮਾਲਕ ਸਨ। ਆਪ ਜੀ ਨੇ ਕਈ ਬਾਣੀਆਂ ਜ਼ੁਬਾਨੀ ਹੀ ਕੰਠ ਕਰ ਲਈਆਂ ਸਨ। ਇਸ ਤੋਂ ਬਾਅਦ ਕਾਜ਼ੀ ਪੀਰ ਮੁਹੰਮਦ ਜੀ ਦੁਆਰਾ ਬਾਲ ਗੋਬਿੰਦ ਜੀ ਨੂੰ ਫਾਰਸੀ ਭਾਸ਼ਾ ਦੀ ਤਾਲੀਮ ਦਿੱਤੀ ਗਈ। ਫਾਰਸੀ ਉਸ ਵੇਲੇ ਦੀ ਸਰਕਾਰੀ ਬੋਲੀ ਸੀ ਜਿਸ ਦਾ ਗਿਆਨ ਸਮੇਂ ਦੀ ਲੋੜ ਸੀ। ਫਾਰਸੀ ਤੋਂ ਬਾਅਦ ਬਾਲ ਗੋਬਿੰਦ ਜੀ ਨੇ ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾ ਦੀ ਸਿੱਖਿਆ ਵੀ ਛੇਤੀ ਹੀ ਪ੍ਰਾਪਤ ਕਰ ਲਈ। ਆਪ ਜੀ ਨੂੰ ਸ਼ਸਤਰਾਂ ਦੀ ਵਰਤੋਂ ਘੋੜ ਸਵਾਰੀ ਆਦਿ ਦੀ ਵੀ ਚੰਗੀ ਸਿਖਲਾਈ ਕਰਵਾਈ ਗਈ ਤੇ ਛੇਤੀ ਹੀ ਆਪ ਜੀ ਨੇ ਇਹਨਾਂ ਸਭ ਵਿੱਚ ਨਿਪੁੰਨਤਾ ਹਾਸਲ ਕਰ ਲਈ। ਤਿਲਕ ਜੰਜੂ ਦੀ ਰਾਖੀ ਲਈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸੀਸ ਦਾ ਬਲਿਦਾਨ ਦੇ ਕੇ ਸ਼ਹੀਦ ਹੋ ਗਏ ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਨਵੰਬਰ 1675 ਈਸਵੀ ਨੂੰ ਬਾਬਾ ਰਾਮ ਕੁੰਵਰ ਜੀ ਜੋ ਕਿ ਬਾਬਾ ਬੁੱਢਾ ਜੀ ਦੀ ਹੀ ਵੰਸ਼ ਵਿੱਚੋਂ ਸਨ ਨੇ ਗੁਰਿਆਈ ਦਾ ਤਿਲਕ ਬਾਲਕ ਗੋਬਿੰਦ ਜੀ ਨੂੰ ਲਾ ਕੇ ਗੁਰੂ ਘਰ ਦੀ 10ਵੀਂ ਗੱਦੀ ਤੇ ਬਿਰਾਜਮਾਨ ਕੀਤਾ ਤੇ ਇਸ ਤਰ੍ਹਾਂ 9 ਸਾਲਾਂ ਦੇ ਬਾਲਕ ਗੋਬਿੰਦ ਰਾਏ ਜੀ 10ਵੇਂ ਗੁਰੂ ਨਾਨਕ ਜੀ ਪ੍ਰਗਟ ਹੋਏ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉੱਚੇ ਲੰਮੇ ਕੱਦ, ਭਰਵੇਂ ਜੁੱਸੇ, ਨੂਰਾਨੀ ਚਿਹਰੇ, ਪ੍ਰਭਾਵਸ਼ਾਲੀ ਅੱਖਾਂ ਤੇ ਸਾਫ਼ ਰੰਗ ਦੇ ਸਨ। ਗੁਰੂ ਜੀ ਅੰਤਾਂ ਦੇ ਫੁਰਤੀਲੇ ਅਤੇ ਬੇਮਿਸਾਲ ਸ਼ਸਤਰਧਾਰੀ ਸਨ। ਆਪ ਜੀ ਕਮਾਲ ਦੇ ਘੋੜਸਵਾਰ, ਖੁੱਲੀ ਕੁਦਰਤ ਦੇ ਸ਼ੌਕੀਨ ਅਤੇ ਮਨੁੱਖਤਾ ਦੇ ਹਮਦਰਦ ਸਨ। ਦਸ਼ਮੇਸ਼ ਪਿਤਾ ਜੀ ਨੇ ਸਾਰੀ ਉਮਰ ਕਰੜੀ ਤਕਲੀਫਾਂ ਝੱਲੀਆਂ ਪਰ ਸਦਾ ਚੜ੍ਹਦੀ ਕਲਾ ਵਿੱਚ ਹੀ ਰਹੇ। ਆਪ ਜੀ ਦੇ ਮਹਲ ਮਾਤਾ ਜੀਤੋ ਜੀ ਤੇ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਮਾਤਾ ਸੁੰਦਰੀ ਜੀ ਹੋਏ ਹਨ ਜਿਨ੍ਹਾਂ ਤੋਂ ਆਪ ਜੀ ਦੇ 4 ਸਾਹਿਬਜ਼ਾਦੇ ਹੋਏ। ਕਈ ਇਤਿਹਾਸਕਾਰਾਂ ਨੇ ਮਾਤਾ ਜੀਤੋ ਜੀ ਦਾ ਨਾਂ ਹੀ ਮਾਤਾ ਸੁੰਦਰੀ ਜੀ ਦੱਸਿਆ ਹੈ। ਆਪ ਜੀ ਦੇ ਤੀਜੇ ਮਹਲ ਮਾਤਾ ਸਾਹਿਬ ਕੌਰ ਜੀ ਹੋਏ ਹਨ ਜੋ ਰੋਹਤਾਸ ਜ਼ਿਲ੍ਹਾ ਜੇਹਲਮ ਪਾਕਿਸਤਾਨ ਦੇ ਰਹਿਣ ਵਾਲੇ ਸ੍ਰੀ ਰਾਮ ਖੱਤਰੀ ਜੀ ਦੀ ਸਪੁੱਤਰੀ ਸਨ। ਮਾਤਾ ਸਾਹਿਬ ਕੌਰ ਜੀ ਬਚਪਨ ਤੋਂ ਹੀ ਪ੍ਰਭੂ ਭਗਤੀ ਤੇ ਸਿਮਰਨ ਵਿੱਚ ਲੀਨ ਰਹਿੰਦੇ ਸਨ। ਮਾਤਾ ਜੀ ਨੇ ਆਪਣਾ ਤਨ ਮਨ ਸਭ ਗੁਰੂ ਸਾਹਿਬ ਜੀ ਨੂੰ ਅਰਪਣ ਕਰ ਦਿੱਤਾ ਸੀ ਤੇ ਜਦੋਂ ਸ੍ਰੀ ਰਾਮ ਖੱਤਰੀ ਜੀ ਨੇ ਆਪਣੀ ਸਪੁੱਤਰੀ ਸਾਹਿਬ ਕੌਰ ਜੀ ਦੀ ਗੁਰੂ ਜੀ ਲਈ ਆਪਣਾ ਸਾਰਾ ਜੀਵਨ ਅਰਪਣ ਕਰਨ ਦੀ ਆਸ ਪ੍ਰਗਟ ਕਰਦੇ ਹੋਏ ਗੁਰੂ ਜੀ ਨੂੰ ਉਹਨਾਂ ਨਾਲ ਵਿਆਹ ਕਰਨ ਲਈ ਕਿਹਾ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਫਰਮਾਇਆ ਕਿ ਮੇਰਾ ਦੁਨਿਆਵੀ ਵਿਆਹ ਤਾਂ ਪਹਿਲਾਂ ਹੀ ਹੋ ਚੁੱਕਾ ਹੈ।
ਜਿਸ ਕਰਕੇ ਬੀਬੀ ਸਾਹਿਬ ਕੌਰ ਜੀ ਨਾਲ ਮੇਰਾ ਦੁਨਿਆਵੀ ਵਿਆਹ ਤੇ ਸੰਭਵ ਨਹੀਂ ਹੈ। ਪਰ ਜੇ ਇਹ ਸਰੀਰਕ ਮੇਲ ਦੀ ਥਾਂ ਸਾਡੇ ਨਾਲ ਕੇਵਲ ਆਤਮਕ ਮੇਲ ਪ੍ਰਵਾਨ ਕਰਨ ਤਾਂ ਅਸੀਂ ਬੀਬੀ ਸਾਹਿਬ ਕੌਰ ਜੀ ਨੂੰ ਵਰ ਲਵਾਂਗੇ। ਸੋ ਗੁਰੂ ਸਾਹਿਬ ਜੀ ਦਾ ਇਹ ਵਿਆਹ ਪੂਰਨ ਤੌਰ ਤੇ ਆਤਮਕ ਸੰਬੰਧਾਂ ਵਾਲਾ ਸੀ। ਇਸੇ ਕਰਕੇ ਮਾਤਾ ਸਾਹਿਬ ਕੌਰ ਜੀ ਨੂੰ ਇਤਿਹਾਸਕਾਰਾਂ ਨੇ ਕੁਆਰਾ ਡੋਲਾ ਕਹਿ ਕੇ ਵੀ ਸੰਬੋਧਨ ਕੀਤਾ ਹੈ। ਮਾਤਾ ਸਾਹਿਬ ਕੌਰ ਜੀ ਦਾ ਗੁਰੂ ਪਾਤਸ਼ਾਹ ਜੀ ਨਾਲ ਸਰੀਰਕ ਵਿਆਹ ਤਾਂ ਨਹੀਂ ਹੋਇਆ, ਪਰ ਆਤਮਕ ਲੀਨਤਾ ਇੰਨੀ ਹੋਈ ਕਿ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਤਿਆਰ ਕਰਨ ਵੇਲੇ ਗੁਰੂ ਜੀ ਨੇ ਮਾਤਾ ਸਾਹਿਬ ਕੌਰ ਜੀ ਪਾਸੋਂ ਹੀ ਜਲ ਵਿੱਚ ਪਤਾਸੇ ਪਵਾਏ ਤੇ ਸਮੁੱਚਾ ਖਾਲਸਾ ਪੰਥ ਹੀ ਮਾਤਾ ਜੀ ਦੀ ਝੋਲੀ ਵਿੱਚ ਪਾ ਦਿੱਤਾ। ਜਿੱਥੇ ਅੱਜ ਸਮੁੱਚੇ ਖਾਲਸਾ ਪੰਥ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹਨ, ਉੱਥੇ ਸਮੁੱਚੇ ਖਾਲਸਾ ਪੰਥ ਦੀ ਮਾਤਾ ਸਾਹਿਬ ਕੌਰ ਜੀ ਹਨ। ਆਪਣੇ ਗੁਰੂ ਕਾਲ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕੁੱਲ ਛੋਟੀਆਂ ਵੱਡੀਆਂ ਲਗਭਗ 14 ਜੰਗਾਂ ਮੁਗਲ ਸਰਕਾਰ ਅਤੇ ਪਹਾੜੀ ਰਾਜਿਆਂ ਨਾਲ ਲੜੀਆਂ ਅਤੇ ਸਾਰੀਆਂ ਹੀ ਫਤਿਹ ਵੀ ਕੀਤੀਆਂ। ਪਰ ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਜੀ ਨੇ ਮੁਗਲ ਸਰਕਾਰ ਅਤੇ ਪਹਾੜੀ ਰਾਜਿਆਂ ਦੇ ਇਲਾਕੇ ਦੀ 1 ਇੰਚ ਜਿੰਨੀ ਜ਼ਮੀਨ ਤੇ ਵੀ ਕਬਜ਼ਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਯੁੱਧ ਵਿੱਚ ਪਹਿਲਾ ਹਮਲਾ ਕੀਤਾ ਹੈ। ਗੁਰੂ ਜੀ ਦੇ ਸਾਰੇ ਹੀ ਯੁੱਧ ਜ਼ੁਲਮ ਦੇ ਟਾਕਰੇ ਲਈ ਧਰਮ ਯੁੱਧ ਸਨ, ਜੋ ਸਿਰਫ ਉਹਨਾਂ ਨੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਕੀਤੇ। ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਜੀ ਨੇ ਨਾਹਨ ਰਿਆਸਤ ਵਿੱਚ ਚਰਨ ਪਾਏ ਤੇ ਕਈ ਸਮੇਂ ਤੋਂ ਚਲੀ ਆ ਰਹੀ ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਚੰਦ ਦੀ ਲੜਾਈ ਵੀ ਗੁਰੂ ਜੀ ਦੇ ਪ੍ਰਤਾਪ ਸਦਕਾ ਖਤਮ ਹੋ ਗਈ ਤੇ ਉਹ ਆਪਸ ਵਿੱਚ ਸੁਲ੍ਹਾ ਕਰਕੇ ਮਿੱਤਰ ਬਣ ਗਏ। ਜਿਸ ਤੋਂ ਬਾਅਦ ਰਾਜਾ ਮੇਦਨੀ ਪ੍ਰਕਾਸ਼ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਸੇਵਕ ਬਣ ਗਿਆ। ਨਾਹਨ ਵਿਖੇ ਗੁਰੂ ਸਾਹਿਬ ਜੀ ਨੇ ਬੜੇ ਕੌਤਕ ਵਿਖਾਏ। ਇੱਕ ਖੁੰਖਾਰ ਆਦਮਖੋਰ ਸ਼ੇਰ ਦਾ ਸ਼ਿਕਾਰ ਕੀਤਾ, ਨਾਲ ਹੀ ਇੱਕ ਸੁੰਦਰ ਜੰਗਲ ਵਿੱਚ ਜਿੱਥੇ ਠੰਡੇ ਪਾਣੀ ਦੇ ਚਸ਼ਮੇ ਵਗਦੇ ਸਨ ਤੇ ਇਸ ਅਸਥਾਨ ਤੇ ਪੁਰਾਤਨ ਸਮੇਂ ਤੋਂ ਹੀ ਬੜੇ ਜਪ ਤਪ ਵੀ ਹੋਏ ਸਨ। ਉੱਥੇ ਜਾਣੀ ਜਾਣ ਗੁਰੂ ਪਿਤਾ ਜੀ ਨੇ ਆਪਣੇ ਚਰਨ ਪਾਏ ਤੇ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਲੋਕਾਂ ਨੇ ਇਸ ਧਰਤੀ ਨੂੰ ਬਡੂ ਭਾਵ ਬਹੁਤ ਵੱਡਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਅੱਜ ਇਸ ਸਥਾਨ ਤੇ ਗੁਰਦੁਆਰਾ ਬੜੂ ਸਾਹਿਬ ਸੁਸ਼ੋਭਿਤ ਹੈ। ਕੁਝ ਸਮਾਂ ਨਾਹਨ ਰਹਿ ਕੇ ਗੁਰੂ ਪਾਤਸ਼ਾਹ ਜੀ ਦੂਨ ਘਾਟੀ ਆਏ ਤੇ ਜਮਨਾ ਦੇ ਕੰਢੇ ਆਪ ਜੀ ਨੇ ਇੱਕ ਸ਼ਹਿਰ ਵਸਾਇਆ। ਗੁਰੂ ਜੀ ਨੇ ਬੜੀ ਸੋਹਣੀ ਥਾਂ ਵੇਖ ਕੇ ਉਸ ਧਰਤੀ ਤੇ ਆਪਣੇ ਪਾਂਵ ਟਿਕਾ ਭਾਵ ਪੈਰ ਟਿਕਾਇਆ ਤੇ ਉਸ ਦਾ ਨਾਂ ਪਾਉਂਟਾ ਸਾਹਿਬ ਪ੍ਰਸਿੱਧ ਹੋ ਗਿਆ। ਪਾਉਂਟਾ ਸਾਹਿਬ ਵਿਖੇ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 52 ਕਵੀਆਂ ਦਾ ਦਰਬਾਰ ਲਾਉਂਦੇ ਸਨ। ਗੁਰੂ ਜੀ ਨੇ ਕਈ ਬਾਣੀਆਂ ਵੀ ਇੱਥੇ ਉਚਾਰੀਆਂ। ਸਡੌਰੇ ਦੇ ਪੀਰ ਸੈਯਦ ਬੁੱਧੂ ਸ਼ਾਹ ਜੀ ਵੀ ਇੱਥੇ ਹੀ ਗੁਰੂ ਜੀ ਦੇ ਸੇਵਕ ਬਣੇ। ਪਾਉਂਟਾ ਸਾਹਿਬ ਦੀ ਧਰਤੀ ਤੇ ਹੀ 1687 ਈਸਵੀ ਵਿੱਚ ਗੁਰੂ ਸਾਹਿਬ ਜੀ ਨੇ ਭੰਗਾਣੀ ਦਾ ਯੁੱਧ ਲੜਿਆ। ਭੰਗਾਣੀ ਦਾ ਇਹ ਯੁੱਧ 3 ਦਿਨ ਚੱਲਿਆ ਤੇ ਇਸੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਜੀ ਦੇ 4 ਪੁੱਤਰਾਂ ਅਤੇ ਬਹੁਤ ਸਾਰੇ ਮੁਰੀਦਾਂ ਨੇ ਹਿੱਸਾ ਲਿਆ, ਜਿਸ ਵਿੱਚ ਪੀਰ ਜੀ ਦੇ 2 ਪੁੱਤਰ ਅਤੇ ਕਈ ਮੁਰੀਦ ਸ਼ਹੀਦ ਹੋਏ ਸਨ। ਪੀਰ ਬੁੱਧੂ ਸ਼ਾਹ ਜੀ ਦੀ ਕੁਰਬਾਨੀ ਤੋਂ ਪ੍ਰਸੰਨ ਹੋ ਕੇ ਜਦੋਂ ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਪੀਰ ਜੀ ਨੂੰ ਕੁਝ ਮੰਗਣ ਲਈ ਕਿਹਾ ਤਾਂ ਉਸ ਵੇਲੇ ਗੁਰੂ ਜੀ ਆਪਣੇ ਕੇਸਾਂ ਵਿੱਚ ਕੰਘਾ ਕਰ ਰਹੇ ਸਨ। ਤਾਂ ਪੀਰ ਜੀ ਨੇ ਕਿਹਾ ਕਿ ਮਹਾਰਾਜ ਜੇ ਤਰੁੱਠੇ ਹੀ ਹੋ ਤਾਂ ਆਪ ਜੀ ਆਪਣੇ ਕੇਸਾਂ ਸਮੇਤ ਕੰਘਾ ਬਖਸ਼ ਦਿਓ। ਗੁਰੂ ਜੀ ਵੱਲੋਂ ਇਹ ਦਾਤ ਪ੍ਰਾਪਤ ਕਰਕੇ ਪੀਰ ਜੀ ਨੇ ਇਸ ਦਾਤ ਨੂੰ ਚੁੰਮਿਆ ਅਤੇ ਸਜਦਾ ਕੀਤਾ। ਭਾਈ ਨੰਦ ਲਾਲ ਜੀ ਜੋ ਕਿ 1693 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅਨੰਨ ਸਿੱਖ ਬਣੇ, ਫਰਮਾਉਂਦੇ ਹਨ ਕਿ ਗੁਰੂ ਜੀ ਦੇ ਇੱਕ ਰੋਮ ਵਿੱਚ ਦੀਨ ਦੁਨੀਆ ਦੀ ਪਾਤਸ਼ਾਹੀ ਛੁਪੀ ਹੈ। ਭੰਗਾਣੀ ਦੇ ਯੁੱਧ ਵਿੱਚ ਜਿੱਤ ਹਾਸਲ ਕਰਨ ਮਗਰੋਂ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਚਲੇ ਗਏ। ਪਹਿਲੇ ਗੁਰੂ ਸਾਹਿਬਾਨਾਂ ਵੱਲੋਂ ਥਾਪੇ ਗਏ ਮਸੰਦ ਜੋ ਪ੍ਰਚਾਰ ਵਾਸਤੇ ਦਸਵੰਧ ਇਕੱਠਾ ਕਰਦੇ ਸਨ, ਜਿਨ੍ਹਾਂ ਨੇ ਬਹੁਤ ਧਰਮ ਪ੍ਰਚਾਰ ਵੀ ਕੀਤਾ, ਪਰ ਸਮਾਂ ਪਾ ਕੇ ਇਹਨਾਂ ਵਿੱਚ ਵੀ ਬਹੁਤ ਕੁਰੀਤੀਆਂ ਆ ਗਈਆਂ, ਜਿਸ ਕਾਰਨ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੇ ਜੁਰਮ ਮੁਤਾਬਕ ਇਹਨਾਂ ਨੂੰ ਸਜ਼ਾਵਾਂ ਦੇ ਕੇ ਇਸ ਤੋਂ ਬਾਅਦ ਇਹ ਮਸੰਦਾਂ ਦਾ ਸਿਲਸਿਲਾ ਖਤਮ ਕਰ ਦਿੱਤਾ। 1699 ਈਸਵੀ ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਨੇ 5 ਸਿੰਘਾਂ ਦੇ ਸੀਸ ਲਏ ਅਤੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ ਆਪ ਗੁਰੂ ਜੀ ਨੇ ਅੰਮ੍ਰਿਤ ਦੇ ਦਾਤੇ ਹੁੰਦਿਆਂ ਹੋਇਆਂ ਵੀ ਆਪਣੇ ਦੋਵੇਂ ਹੱਥ ਜੋੜ ਕੇ ਘੁਟਨੇ ਟੇਕ ਕੇ 5 ਪਿਆਰਿਆਂ ਨੂੰ ਗੁਰੂ ਪੰਥ ਸਮਝ ਕੇ
ਉਹਨਾਂ ਤੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ ਤੇ ਆਪਣਾ ਨਾਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਕੀਤਾ। ਇਸ ਤੋਂ ਬਾਅਦ ਹਜ਼ਾਰਾਂ ਹੀ ਮਾਈ ਭਾਈ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਹੋਲੀ ਦੇ ਤਿਉਹਾਰ ਨੂੰ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੋਲਾ ਮਹੱਲਾ ਦੇ ਰੂਪ ਵਿੱਚ ਉਜਾਗਰ ਕੀਤਾ। ਇਸ ਦਿਨ ਦੀਵਾਨ ਸਜਦੇ, ਨਾਮ ਬਾਣੀ ਸਿਮਰਨ ਤੇ ਕੀਰਤਨ ਹੁੰਦਾ ਅਤੇ ਸ਼ਾਮ ਨੂੰ ਸ਼ਸਤਰ ਵਿੱਦਿਆ ਦੇ ਜੌਹਰ ਵਿਖਾਏ ਜਾਂਦੇ, ਘੋੜ ਸਵਾਰਾਂ ਦੇ ਮੁਕਾਬਲੇ ਅਤੇ ਹੋਰ ਸੂਰਬੀਰਾਂ ਦੀਆਂ ਖੇਡਾਂ ਹੁੰਦੀਆਂ। 1700 ਈਸਵੀ ਤੋਂ 1703 ਈਸਵੀ ਦੇ ਦੌਰਾਨ ਗੁਰੂ ਸਾਹਿਬ ਜੀ ਨੇ 4 ਜੰਗਾਂ ਲੜੀਆਂ, ਜਿਸ ਵਿੱਚ ਪੈਂਦੇ ਖਾਂ ਨੂੰ ਗੁਰੂ ਸਾਹਿਬ ਜੀ ਨੇ ਤੀਰ ਨਾਲ ਮਾਰਿਆ ਸੀ। ਦੀਨਾ ਬੇਗ ਜ਼ਖਮੀ ਹੋ ਕੇ ਭੱਜ ਗਿਆ ਅਤੇ ਸੈਯਦ ਬੇਗ ਤੇ ਸੈਦ ਖਾਂ ਗੁਰੂ ਸਾਹਿਬ ਜੀ ਦੇ ਸਿੱਖ ਹੋ ਗਏ। 1704 ਈਸਵੀ ਵਿੱਚ ਪਹਾੜੀ ਰਾਜੇ, ਸ਼ਾਹੀ ਫੌਜ ਅਤੇ ਸਰਹੰਦ ਦੇ ਸੂਬੇ ਦੀ ਫੌਜ ਨੇ ਅਨੰਦਪੁਰ ਸਾਹਿਬ ਦੇ ਕਿਲੇ ਤੇ 8 ਮਹੀਨੇ ਘੇਰਾ ਪਾਈ ਰੱਖਿਆ, ਪਰ ਗੁਰੂ ਜੀ ਦੇ ਸਿਦਕੀ ਸਿੱਖ ਨਾ ਡੋਲੇ। ਉਹਨਾਂ ਦੀ ਅਵਸਥਾ ਦੁੱਖਾਂ ਭੁੱਖਾਂ ਤੋਂ ਉੱਚੀ ਉੱਠ ਚੁੱਕੀ ਸੀ। ਕਿਲੇ ਦਾ ਰਾਸ਼ਨ ਪਾਣੀ ਬੰਦ ਕਰਨ ਦੇ ਬਾਅਦ ਵੀ ਜਦੋਂ ਮੁਗਲ ਸਰਕਾਰ ਨੂੰ ਅਨੰਦਪੁਰ ਦੇ ਕਿਲੇ ਤੇ ਫਤਿਹ ਨਾ ਮਿਲੀ ਤਾਂ ਔਰੰਗਜ਼ੇਬ ਨੇ ਆਪਣੇ ਕਾਜ਼ੀਆਂ ਦੇ ਰਾਹੀਂ ਕੁਰਾਨ ਦੀ ਕਸਮ ਖਾਧੀ ਅਤੇ ਪਹਾੜੀ ਰਾਜਿਆਂ ਨੇ ਗਊਆਂ ਦੀ ਕਸਮ ਖਾਧੀ ਕਿ ਤੁਸੀਂ ਕਿਲਾ ਛੱਡ ਦਿਓ, ਅਸੀਂ ਕੋਈ ਵਾਰ ਨਹੀਂ ਕਰਾਂਗੇ। ਕਿਲੇ ਦੇ ਅੰਦਰ ਦੇ ਹਾਲਾਤਾਂ ਨੂੰ ਵੇਖਦਿਆਂ ਗੁਰੂ ਜੀ ਨੇ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ। ਜਦੋਂ ਸਾਰਾ ਗੁਰੂ ਪਰਿਵਾਰ ਤੇ ਸਿੰਘ ਸਰਸਾ ਨਦੀ ਤੇ ਪਹੁੰਚੇ ਤਾਂ ਮੁਗਲਾਂ ਨੇ ਆਪਣੀ ਕੁਰਾਨ ਦੀ ਕਸਮ ਤੇ ਹਿੰਦੂਆਂ ਨੇ ਗਊਆਂ ਦੀ ਕਸਮ ਤੋੜ ਕੇ ਹਮਲਾ ਕਰ ਦਿੱਤਾ, ਜਿਸ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਗੁਰੂ ਘਰ ਦਾ ਕਾਫੀ ਕੀਮਤੀ ਸਮਾਨ, ਕਾਫੀ ਸਾਰੀ ਪੋਥੀਆਂ ਸਰਸਾ ਨਦੀ ਦੀ ਭੇਟ ਚੜ੍ਹ ਗਈਆਂ। ਛੋਟੇ ਦੋਵੇਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਨਾਲ ਪਿੰਡ ਮੁਰਿੰਡੇ ਵੱਲ ਚਲੇ ਗਏ। ਵੱਡੇ ਦੋਵੇਂ ਸਾਹਿਬਜ਼ਾਦੇ ਤੇ ਗੁਰੂ ਜੀ ਚਮਕੌਰ ਵੱਲ ਨੂੰ ਚਲੇ ਗਏ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਚਲੇ ਗਏ। ਦਸ਼ਮੇਸ਼ ਪਿਤਾ ਜੀ ਦਾ ਪੂਰਾ ਪਰਿਵਾਰ ਖੇਰੂ ਹੋ ਗਿਆ। ਚਮਕੌਰ ਸਾਹਿਬ ਵਿੱਚ ਘਮਾਸਾਨ ਦਾ ਯੁੱਧ ਚੱਲਿਆ, ਜਿੱਥੇ 10 ਲੱਖ ਮੁਗਲ ਫੌਜ ਨੇ ਘੇਰਾ ਪਾ ਲਿਆ। 22 ਦਸੰਬਰ 1704 ਈਸਵੀ ਵਿੱਚ ਗੁਰੂ ਸਾਹਿਬ ਜੀ ਦੇ ਦੋਨੋਂ ਵੱਡੇ ਸਾਹਿਬਜ਼ਾਦੇ ਤੇ ਸਿੰਘ ਲੱਖਾਂ ਦੀ ਮੁਗਲ ਫੌਜ ਨਾਲ ਟਾਕਰਾ ਕਰਦੇ ਹੋਏ ਸ਼ਹੀਦੀ ਪਾ ਗਏ। ਦੂਜੇ ਪਾਸੇ ਪਾਪੀ ਗੰਗੂ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਵਾ ਕੇ ਸੂਬਾ ਸਰਹੰਦ ਦੇ ਹਵਾਲੇ ਕਰ ਦਿੱਤਾ। ਜਦੋਂ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਇਸਲਾਮ ਕਬੂਲ ਕਰਨ ਲਈ ਕਿਹਾ ਤੇ ਕਈ ਲਾਲਚ ਤੇ ਡਰਾਵਿਆਂ ਤੋਂ ਬਾਅਦ ਵੀ ਉਹਨਾਂ ਨੇ ਇਸਲਾਮ ਕਬੂਲ ਕਰਨੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਵਜ਼ੀਰ ਖਾਨ ਨੇ ਦੋਨੋਂ ਛੋਟੇ ਵੀਰਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਤੇ 27 ਦਸੰਬਰ 1704 ਈਸਵੀ ਵਿੱਚ ਦਸ਼ਮੇਸ਼ ਪਿਤਾ ਜੀ ਦੇ ਦੋਨੋਂ ਛੋਟੇ ਸਾਹਿਬਜ਼ਾਦੇ ਵੀ ਧਰਮ ਦੀ ਰੱਖਿਆ ਕਰਦੇ ਹੋਏ ਸ਼ਹੀਦੀ ਪਾ ਗਏ। ਦੋਵੇਂ ਪੋਤਰਿਆਂ ਦੀ ਸ਼ਹੀਦੀ ਦੀ ਖਬਰ ਸੁਣਦੇ ਹੀ ਦਾਦੀ ਮਾਤਾ ਗੁਜਰੀ ਜੀ ਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਇਸ ਤਰ੍ਹਾਂ 1704 ਈਸਵੀ ਦੇ ਅਖੀਰ ਤੱਕ ਗੁਰੂ ਸਾਹਿਬ ਜੀ ਨੇ ਆਪਣੇ ਚਾਰੋਂ ਪੁੱਤਰਾਂ ਨੂੰ ਪੰਥ ਉੱਤੋਂ ਵਾਰ ਦਿੱਤਾ ਤੇ 5 ਪਿਆਰਿਆਂ ਦਾ ਹੁਕਮ ਮੰਨ ਕੇ ਆਪ ਜੀ ਚਮਕੌਰ ਦੀ ਗੜੀ ਛੱਡ ਕੇ ਮਾਛੀਵਾੜੇ ਵੱਲ ਨੂੰ ਚਲੇ ਗਏ। ਮਾਛੀਵਾੜੇ ਤੋਂ ਦੀਨਾ ਕਾਂਗੜ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਭਾਵ ਜਿੱਤ ਦੀ ਚਿੱਠੀ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਦੇ ਹੱਥ ਦੱਖਣ ਵੱਲ ਭੇਜੀ, ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੇ ਬਹੁਤ ਪਛਤਾਵਾ ਕੀਤਾ ਤੇ ਬਿਮਾਰ ਹੋਣ ਤੋਂ ਬਾਅਦ ਪ੍ਰਾਣ ਤਿਆਗ ਗਿਆ। ਮੁਗਲ ਫੌਜ ਨੂੰ ਜਦੋਂ ਗੁਰੂ ਸਾਹਿਬ ਜੀ ਦਾ ਖਿਦਰਾਣੇ ਦੀ ਢਾਬ ਤੇ ਪੁੱਜਣ ਦਾ ਪਤਾ ਲੱਗਾ ਤਾਂ ਉਹ ਹਜ਼ਾਰਾਂ ਦੀ ਤਾਦਾਦ ਵਿੱਚ ਉੱਥੇ ਪਹੁੰਚ ਗਏ। ਜੋ 40 ਸਿੰਘ ਅਨੰਦਪੁਰ ਸਾਹਿਬ ਵਿਖੇ ਕਿਲੇ ਦੇ ਘੇਰਾ ਪੈਣ ਮਗਰੋਂ ਉੱਥੇ ਦੇ ਦੁੱਖ ਤੇ ਭੁੱਖ ਨਾ ਸਹਾਰਦੇ ਹੋਏ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ, ਖਿਦਰਾਣੇ ਦੀ ਢਾਬ ਤੇ ਉਹਨਾਂ ਨੇ ਆਪਣੀ ਭੁੱਲ ਮੰਨਦੇ ਹੋਏ ਜ਼ਾਲਮ ਫੌਜ ਨਾਲ ਡਟ ਕੇ ਟਾਕਰਾ ਕੀਤਾ ਤੇ ਵੈਰੀਆਂ ਦੇ ਆਹੂ ਲਾਉਂਦੇ ਹੋਏ ਇਹ 40 ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਗੁਰੂ ਸਾਹਿਬ ਜੀ ਨੇ ਇਹਨਾਂ ਸਿੰਘਾਂ ਦਾ ਬੇਦਾਵਾ ਫਾੜ ਕੇ ਸਿੰਘਾਂ ਦੀ ਟੁੱਟੀ ਗੰਢੀ ਤੇ ਇਹਨਾਂ 40 ਸਿੰਘਾਂ ਨੂੰ 40 ਮੁਕਤਿਆਂ ਦਾ ਰੁਤਬਾ ਦਿੱਤਾ ਅਤੇ ਖਿਦਰਾਣੇ ਦੀ ਢਾਬ ਦਾ ਨਾਂ ਮੁਕਤਸਰ ਸਾਹਿਬ ਰੱਖਿਆ। ਅੱਜ ਇਹਨਾਂ 40 ਮੁਕਤਿਆਂ ਨੂੰ ਸਮੁੱਚਾ ਖਾਲਸਾ ਪੰਥ ਹਰ ਰੋਜ਼ ਆਪਣੀ ਅਰਦਾਸ ਵਿੱਚ ਯਾਦ ਕਰਦਾ ਹੈ। ਸ਼ਹੀਦ ਸਿੰਘਾਂ ਦਾ ਸੰਸਕਾਰ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ।
ਸੰਸਕਾਰ ਵਾਲੀ ਥਾਂ ਤੇ ਅੱਜ ਗੁਰਦੁਆਰਾ ਸ਼ਹੀਦਗੰਜ ਮੁਕਤਸਰ ਸਾਹਿਬ ਸੁਸ਼ੋਭਿਤ ਹੈ। ਮੁਕਤਸਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪੁੱਜੇ। ਇੱਥੇ ਗੁਰੂ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਆਪਣੇ ਇਲਾਹੀ ਗਿਆਨ ਨਾਲ ਆਦਿ ਗ੍ਰੰਥ ਸਾਹਿਬ ਜੀ ਦੀ ਨਵੀਂ ਬੀੜ ਤਿਆਰ ਕਰਵਾਈ, ਜਿਸ ਵਿੱਚ ਆਪ ਜੀ ਨੇ ਗੁਰੂ ਪਿਤਾ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਾਈ। ਗੁਰੂ ਜੀ ਦੁਆਰਾ ਤਿਆਰ ਕਰਵਾਈ ਇਸ ਪਾਵਨ ਬੀੜ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ ਤੇ ਬਾਅਦ ਵਿੱਚ ਇਸ ਸੰਪੂਰਨ ਬੀੜ ਦੇ 4 ਉਤਾਰੇ ਬਾਬਾ ਦੀਪ ਸਿੰਘ ਜੀ ਨੇ ਕੀਤੇ, ਜੋ ਸਿੱਖ ਧਰਮ ਦੇ ਤਖਤਾਂ ਉੱਪਰ ਅੱਜ ਵੀ ਪ੍ਰਕਾਸ਼ਮਾਨ ਹਨ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੇ ਵੱਡੇ ਪੁੱਤਰ ਦੀ ਬੇਨਤੀ ਤੇ ਗੁਰੂ ਜੀ ਨੇ ਉਸ ਦੀ ਮਦਦ ਕਰ ਉਸ ਨੂੰ ਰਾਜ ਦਿਵਾਇਆ। ਉਸ ਤੋਂ ਬਾਅਦ ਲਗਭਗ 9 ਮਹੀਨੇ 28 ਦਿਨ ਗੁਰੂ ਸਾਹਿਬ ਜੀ ਹਜ਼ੂਰ ਸਾਹਿਬ ਨਾਂਦੇੜ ਗੋਦਾਵਰੀ ਦੇ ਕੰਢੇ ਰਹੇ ਤੇ ਸੰਗਤਾਂ ਨੂੰ ਨਾਮ ਬਾਣੀ ਦੇ ਉਪਦੇਸ਼ ਨਾਲ ਨਿਹਾਲ ਕਰਦੇ ਰਹੇ। ਨਾਂਦੇੜ ਸਾਹਿਬ ਹੀ ਮਾਧੋ ਦਾਸ ਬੈਰਾਗੀ ਦਾ ਮੇਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾਲ ਹੋਇਆ, ਜੋ ਬਾਅਦ ਵਿੱਚ ਗੁਰੂ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਜੀ ਦੇ ਬੰਦੇ ਬਣ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋਏ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਆਸ਼ੀਰਵਾਦ ਦੇ ਕੇ ਪੰਜਾਬ ਵੱਲ ਜ਼ੁਲਮ ਦੀ ਅੱਗ ਨੂੰ ਠੱਲ ਪਾਉਣ ਲਈ ਤੋਰਿਆ ਸੀ, ਜਿਸ ਸਦਕਾ ਹਜ਼ਾਰਾਂ ਸਿੰਘਾਂ ਦੀ ਸਹਾਇਤਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਕਤਲ ਕਰਕੇ ਸਾਰਾ ਇਲਾਕਾ ਫਤਿਹ ਕੀਤਾ ਅਤੇ ਕਰਨਾਲ ਤੋਂ ਲੈ ਕੇ ਅਟਕ ਤੱਕ ਖਾਲਸਾ ਰਾਜ ਕਾਇਮ ਕੀਤਾ। ਸਤੰਬਰ 1708 ਈਸਵੀ ਵਿੱਚ ਸੂਬਾ ਸਰਹੰਦ ਵਜ਼ੀਰ ਖਾਨ ਦੇ ਭੇਜੇ ਹੋਏ 2 ਪਠਾਣਾਂ ਨੇ ਇੱਕ ਰਾਤ ਧੋਖੇ ਨਾਲ ਗੁਰੂ ਜੀ ਉੱਤੇ ਛੁਰੇ ਨਾਲ ਵਾਰ ਕਰ ਦਿੱਤਾ। ਇੱਕ ਪਠਾਨ ਨੂੰ ਤਾਂ ਸਤਿਗੁਰੂ ਜੀ ਨੇ ਉਸੇ ਵੇਲੇ ਹੀ ਕਿਰਪਾਨ ਦੇ ਵਾਰ ਨਾਲ ਖਤਮ ਕਰ ਦਿੱਤਾ ਸੀ ਤੇ ਦੂਜਾ ਪਠਾਨ ਸਿੰਘਾਂ ਦੇ ਹੱਥੋਂ ਮਾਰਿਆ ਗਿਆ। ਸਤਿਗੁਰੂ ਜੀ ਦੇ ਜ਼ਖਮ ਨੂੰ ਸਾਫ਼ ਕਰਕੇ ਸਿਉਂ ਦਿੱਤਾ ਗਿਆ, ਮਲਮ ਪੱਟੀ ਕਰ ਦਿੱਤੀ ਗਈ ਤੇ ਕੁਝ ਦਿਨਾਂ ਤੱਕ ਜ਼ਖਮ ਵੀ ਰਾਜ਼ੀ ਹੋਣਾ ਆਰੰਭ ਹੋ ਗਿਆ। ਪਰ ਇੱਕ ਵਾਰ ਅਕਤੂਬਰ 1708 ਈਸਵੀ ਵਿੱਚ ਜਦੋਂ ਗੁਰੂ ਪਿਤਾ ਜੀ ਕਮਾਨ ਤੇ ਚਿੱਲਾ ਚੜਾਉਣ ਲੱਗੇ ਤਾਂ ਸੀਤੇ ਫੱਟਾਂ ਦੇ ਤੋਪੇ ਉਖੜ ਗਏ। ਦੁਬਾਰਾ ਜ਼ਖਮ ਸੀਤੇ ਗਏ, ਪਰ ਸ਼ਾਹੇ ਸ਼ਹਿਨਸ਼ਾਹ ਗੁਰੂ ਜੀ ਨੇ ਕਿਹਾ ਕਿ ਹੁਣ ਸਾਡਾ ਅੰਤਮ ਸਮਾਂ ਨੇੜੇ ਆ ਚੁੱਕਾ ਹੈ ਤੇ ਉਸੇ ਦਿਨ ਹੀ ਗੁਰੂ ਜੀ ਨੇ ਦੀਵਾਨ ਸਜਾ ਕੇ ਸੰਗਤਾਂ ਦਾ ਭਾਰੀ ਇਕੱਠ ਕਰਕੇ ਹੁਕਮ ਕੀਤਾ ਕਿ ਹੁਣ ਸ਼ਖਸੀ ਗੁਰਿਆਈ ਦਾ ਸਿਲਸਿਲਾ ਖਤਮ ਕੀਤਾ ਜਾਂਦਾ ਹੈ। ਗੁਰੂ ਗ੍ਰੰਥ ਅਤੇ ਪੰਥ ਹੀ ਸਾਂਝੇ ਰੂਪ ਵਿੱਚ ਗੁਰੂ ਹੋਣਗੇ। ਫਿਰ ਸਰਬੰਸਦਾਨੀ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਆਖ ਕੇ ਸਦਾ ਵਾਸਤੇ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ ਦਿੱਤੀ। ਅਕਤੂਬਰ 1708 ਈਸਵੀ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪਰਮ ਪੁਰਖ ਪਰਮਾਤਮਾ ਵਿੱਚ ਲੀਨ ਹੋ ਗਏ। ਦੁਨੀਆ ਦੇ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਚੜ੍ਹਦੀ ਕਲਾ ਦੇ ਮੁਜੱਸਮੇ ਮੰਨੇ ਜਾਂਦੇ ਹਨ। ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਚੜ੍ਹਦੀ ਕਲਾ ਦਾ ਨਾਅਰਾ ਦਿੱਤਾ ਅਤੇ ਨਿਸ਼ਚੈ ਕਰ ਆਪਣੀ ਜੀਤ ਕਰੋ ਦਾ ਸਬਕ ਕੰਠ ਕਰਵਾਇਆ। ਗੁਰੂ ਜੀ ਨੇ ਜੋ ਖਾਲਸੇ ਦੀ ਵਿਆਖਿਆ ਕੀਤੀ ਹੈ, ਉਸ ਅਨੁਸਾਰ ਖਾਲਸਾ ਉਹ ਹੈ ਜੋ ਗੁਰਮਤਿ ਦਾ ਧਾਰਨੀ ਹੈ ਅਤੇ ਅਨਮਤੀ ਵਿਸ਼ਵਾਸਾਂ ਨੂੰ ਨਹੀਂ ਮੰਨਦਾ, ਪੀਰਾਂ ਫਕੀਰਾਂ ਦੀਆਂ ਕਬਰਾਂ ਤੇ ਮੱਥੇ ਨਹੀਂ ਟੇਕਦਾ, ਦੇਵੀ ਦੇਵਤਿਆਂ ਦੇ ਧਾਰੀਆਂ ਨੂੰ ਨਹੀਂ ਮੰਨਦਾ ਅਤੇ ਜੋ ਕੇਵਲ ਇੱਕ ਅਕਾਲ ਪੁਰਖ ਤੇ ਹੀ ਵਿਸ਼ਵਾਸ ਰੱਖਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।